ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਘੀ ਜੀ ਆਇਆਂ। ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਕਾਫਲਾ ਟੀਵੀ ਸੱਤੇ ਦਿਨ 24 ਘੰਟੇ ਤੁਸੀਂ IP ਬਾਕਸ ਉੱਤੇ, ਕ੍ਰਾਸ ਕੈਨੇਡਾ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਚ ਕਰਦੇ ਹੋ। ਹਮੇਸ਼ਾ ਅਸੀਂ ਤੁਹਾਡੇ ਨਾਲ ਸਾਡੀ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਇਸ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ ਇਕੋਨਮੀ ਜਾਂ ਰੀਅਲ ਸਟੇਟ ਦੀ ਜਾਂ ਮੌਰਗੇਜ ਦੇ ਨਾਲ। ਅੱਜ ਆਪਣੇ ਸਟੂਡੀਓ ਦੇ ਵਿੱਚ ਮੌਰਗੇਜ ਤੋਂ ਜਸ ਭੁੱਲਰ ਸਾਹਿਬ ਜੀ ਪਹੁੰਚੇ ਨੇ। ਆਪਾਂ ਇਹਨਾਂ ਤੋਂ ਪੁੱਛਦੇ ਹਾਂ ਜਿਹੜੀ ਮਾਰਕੀਟ ਹੈਗੀ ਆ, ਇੰਟਰਸਟ ਰੇਟ ਕਿੰਨੇ ਉੱਪਰ ਜਾ ਸਕਣਗੇ ਜਾਂ ਕਿਵੇਂ ਥੱਲੇ ਆ ਸਕਣਗੇ, ਕਿਉਂਕਿ ਕਾਫੀ ਲੋਕੀ ਜਿਹੜੇ ਪੈਨਿਕ ਹੋਏ ਨੇ ਪ੍ਰੋਪਰਟੀ ਵੇਚਣ ਅਤੇ ਬਾਏ ਕਰਨ ਵਾਸਤੇ ਸੋਚ ਰਹੇ ਨੇ। ਭੁੱਲਰ ਸਾਹਿਬ, ਪਹਿਲਾਂ ਤੁਸੀਂ ਟਾਈਮ ਕੱਢਿਆ ਸਟੂਡੀਓ ਦੇ ਵਿੱਚ ਆਏ, ਤੁਹਾਡਾ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੇ ਗੱਲ ਕਰੀਏ ਆਪਾਂ ਮੌਰਗੇਜ ਨੂੰ ਲੈ ਕੇ, ਬੱਚੇ ਤੋਂ ਲੈ ਕੇ ਵੱਡੇ ਤੱਕ ਜਵਾਨ ਦੇ ਉੱਤੇ ਆ ਰਿਹਾ ਵੀ ਇੰਟਰਸਟ ਰੇਟ ਨੂੰ ਲੈ ਕੇ ਲੋਕੀ ਕਾਫੀ ਘਰਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ। ਜੇ ਕਿਤੇ 4 ਬੰਦੇ ਬੈਠੇ ਨੇ ਉੱਥੇ ਗੱਲਾਂ ਹੋ ਰਹੀਆਂ ਨੇ, ਕਈਆਂ ਦੀਆਂ ਕਲੋਜ਼ਿੰਗਾਂ ਆ ਰਹੀਆਂ ਨੇ, ਕਈਆਂ ਨੇ ਘਰ ਵੇਚਣੇ ਨੇ ਤੇ ਬੜੇ ਲੋਕੀ ਪੈਨਿਕ ਹੋਏ ਨੇ ਵੀ ਕੀ ਇੰਟਰਸਟ ਰੇਟ ਡੇ ਬਾਈ ਡੇ ਪਿਛਲੇ ਕੁਝ ਸਮੇਂ ਤੋਂ ਵੱਧਦੇ ਜਾ ਰਹੇ ਨੇ ਉੱਪਰ ਨੂੰ। ਤੁਸੀਂ ਕਿਹੜੇ ਐਂਗਲ ਤੋਂ ਸੋਚਦੇ ਹੋ? ਕਿਉਂਕਿ ਅਸੀਂ ਕਹਿ ਦਈਏ ਮੌਰਗੇਜ ਦੀ ਦੁਨੀਆ ਦੇ ਬਾਦਸ਼ਾਹ ਕਿੰਗ ਕਹਿ ਸਕਦੇ ਹਾਂ। 24 ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮੌਰਗੇਜ ਕਰਕੇ ਦੇ ਦਿੰਦੇ ਨੇ। ਸਾਡਾ ਆਪਦਾ ਪਰਸਨਲ ਵੀ ਐਕਸਪੀਰੀਅੰਸ ਜਿਹੜਾ ਜਮਾਇਆ ਹੋਇਆ, ਜਿਹੜਾ ਅਸੀਂ ਕਹਿ ਸਕਦੇ ਹਾਂ ਨਾਂ ਹੈਗਾ ਜਸ ਭੁੱਲਰ ਸਾਹਿਬ ਦਾ। ਸਕਰੀਨ ਤੇ ਦਿੱਤੇ ਗਏ ਨੰਬਰ ਨੇ 416 732 2611 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਹੈ। ਜੀ ਕੈਰੀ ਔਨ ਜੀ। ਹਾਂ ਬਿਲਕੁਲ ਜੀ ਗਿੱਲ ਸਾਹਿਬ, ਐਕਚੁਅਲੀ ਹੋਇਆ ਕਿ ਨਾ, ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਆਪਾਂ ਇੰਟਰਸਟ ਰੇਟ 1.25 ਸੀਗਾ ਜੀ। ਸੋ ਬੈਂਕ ਨੇ ਉਸ ਤੋਂ ਬਾਅਦ ਇੰਟਰਸਟ ਰੇਟ ਹਾਈ ਕਰਨੇ ਸ਼ੁਰੂ ਕੀਤੇ, ਹਾਈ ਹੋਣੇ ਸ਼ੁਰੂ ਹੋ ਗਏ ਇੰਟਰਸਟ। ਜਦੋਂ ਪਹਿਲੀ ਵਾਰੀ 50% ਵਧਿਆ ਸੀਗਾ ਇੰਟਰਸਟ ਰੇਟ, ਉਦੋਂ ਬਹੁਤ ਪੈਨਿਕ ਹੋਏ ਸੀ ਲੋਕ, ਬਹੁਤ ਹਾਹਾਕਾਰ ਮੱਚੀ ਸੀ। ਇੰਟਰਸਟ ਰੇਟ ਵੱਧ ਗਿਆ, ਪਤਾ ਨਹੀਂ ਕੀ ਹੋਊਗਾ, ਘਰਾਂ ਦੇ ਮੌਰਗੇਜ ਹੋਣਗੀਆਂ ਕਿ ਨਹੀਂ ਹੋਣਗੀਆਂ, ਕਿੱਧਰੋਂ ਜਾਊਗਾ, ਲੋਕ ਅਫੋਰਡ ਕਰਨਗੇ ਕਿ ਨਹੀਂ। ਉਸ ਤੋਂ ਬਾਅਦ ਨੋਰਮਲੀ ਇੰਟਰਸਟ ਰੇਟ ਵਧਦੇ ਰਹੇ, 5-6 ਵਾਰੀ ਇੰਟਰਸਟ ਰੇਟ ਵਧਿਆ, ਸਾਰੇ ਭੁੱਲ ਗਏ, ਕਿਸੇ ਨੂੰ ਯਾਦ ਨਹੀਂ ਰਿਹਾ ਵੀ ਇੰਟਰਸਟ ਰੇਟ ਵੱਧ ਰਹੇ ਆ। ਫਿਰ ਸਡਨਲੀ ਬੈਂਕ ਆਫ ਕੈਨੇਡਾ ਨੇ ਇੱਕ ਵਾਰੀ ਆ ਕੇ ਪਿੱਛੇ ਅਪ੍ਰੈਲ ਦੇ ਵਿੱਚ ਕਹਿਤਾ ਕਿ ਅਸੀਂ ਜੀ ਪੌਜ਼ ਕਰਤਾ, ਹੁਣ ਅਸੀਂ ਇੰਟਰਸਟ ਰੇਟ ਨਹੀਂ ਵਧਾਉਣਾ। ਸੋ ਅਸੀਂ ਕੀ ਹੋਇਆ, ਅਸੀਂ ਉਸ ਚੀਜ਼ ਦੇ ਉੱਤੇ ਮੈਂ ਇੱਕ ਗੱਲ ਐਡ ਕਰ ਦੇਣਾ ਕਿ ਸਾਰਾ ਜਿਹੜਾ ਹੋਇਆ ਅੱਜ ਵਰਤਾਰਾ ਜਿੱਥੇ ਅਸੀਂ ਪਹੁੰਚੇ, ਹਾਹਾਕਾਰ ਮੱਚੀ ਹੈ, ਇਹ ਸਾਡੀ ਮਿਸ ਕੈਲਕੂਲੇਸ਼ਨ ਸੀ ਜੀ। ਸਾਨੂੰ ਮਿਸ ਲੀਡ ਕੀਤਾ ਗਿਆ ਸੀ ਪਹਿਲਾਂ ਤਾਂ, ਫਿਰ ਅਸੀਂ ਕੈਲਕੂਲੇਟ ਨਹੀਂ ਕੀਤਾ ਆਪਣੇ ਆਪ ਨੂੰ ਜੱਜ ਨਹੀਂ ਕੀਤਾ ਸੀ ਕਿ ਅਸੀਂ ਕਿੱਥੇ ਖੜੇ ਹਾਂ, ਅਸੀਂ ਕਿੰਨੇ ਕੁ ਨੂੰ ਅਫੋਰਡ ਕਰ ਸਕਦੇ ਹਾਂ ਜੀ। ਅਸੀਂ ਪ੍ਰਾਪਰਟੀਆਂ ਬਿਨਾਂ ਕਹੇ ਦੇਖੇ ਤੋਂ, ਬਿਨਾਂ ਸਮਝੇ ਤੋਂ ਕਿਸੇ ਦੇ ਮੰਗ ਲਾ ਕੇ ਪ੍ਰਾਪਰਟੀਆਂ ਕਲੋਜ਼ ਕਰ ਲਈਆਂ ਜਾਂ ਲੈ ਲਈਆਂ, ਜਾਂ ਅਸੀਂ ਲੈਣ ਦੀ ਪਲਾਨ ਕਰ ਲਈ। ਹੁਣ ਉਹ ਪਲਾਨ ਕਰ ਲਈ, ਕੈਲਕੂਲੇਸ਼ਨ ਸਾਡੀ ਹੈ ਨਹੀਂ ਸੀ, ਕੈਲਕੂਲੇਸ਼ਨ ਕਿਸੇ ਹੋਰ ਤਰੀਕੇ ਨਾਲ ਕੀਤੀ ਸੀ। ਕਿਉਂਕਿ ਆਲਵੇਜ਼ ਤੁਸੀਂ ਕੋਈ ਵੀ ਇਨਵੈਸਟਮੈਂਟ ਪ੍ਰਾਪਰਟੀ ਕਰਨੀ, ਉਹਦੇ ਵਾਸਤੇ ਸਪੈਸ਼ਲੀ ਤੁਹਾਨੂੰ ਇੱਕ ਪ੍ਰੋਪਰ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਫਸਟ ਟਾਈਮ ਬਾਇਰ ਹੋ, ਫਿਰ ਵੀ ਤੁਹਾਡੀ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ ਕਿ ਜੇ ਸਾਡਾ ਇੱਥੋਂ ਲੈ ਕੇ ਇੱਥੋਂ ਤੱਕ ਇੰਟਰਸਟ ਚਲਾ ਗਿਆ, ਕੀ ਅਸੀਂ ਅਫੋਰਡ ਕਰ ਸਕਦੇ ਹਾਂ ਜੀ। ਸੋ ਉਹ ਇਸ ਕਰਕੇ ਉਦੋਂ ਫਿਰ ਅਸੀਂ ਕੈਲਕੂਲੇਟ ਨਾ ਕੀਤਾ ਤਾਂ ਇੰਟਰਸਟ ਜੋ ਪਹਿਲੇ ਤਾਂ ਵਧਿਆ ਸੀਗਾ, ਹੌਲੀ ਹੌਲੀ ਵੱਧਦਾ ਜਿਹਦੀ 1200 ਪੇਮੈਂਟ ਸੀ ਉਹਦੀ 2600 ਹੋ ਗਈ, ਡਬਲ ਹੋ ਗਈ। ਸਾਨੂੰ ਕੋਈ ਫੀਲ ਨਹੀਂ ਹੋਇਆ, ਸਡਨਲੀ ਪੌਜ਼ ਲੱਗ ਗਿਆ, ਅਸੀਂ ਰਿਲੈਕਸ ਹੋ ਗਏ ਕਿ ਚਲੋ ਜੀ ਸ਼ੁਕਰ ਹੈ ਹੁਣ ਵਧਣੋਂ ਹਟ ਗਿਆ, ਹੁਣ ਨਹੀਂ ਵਧਣਾ, ਹੁਣ ਜੋ ਕਰਨਾ ਕਰ ਦੋ ਦੁਬਾਰਾ। ਫਿਰ ਅਸੀਂ ਦੁਬਾਰਾ ਫਿਰ ਆਪਣੇ ਹਥਿਆਰ ਚੱਕ ਲਏ ਸ਼ੁਰੂ ਹੋ ਗਏ। ਜਦੋਂ ਫਿਰ ਇੱਕ ਕੁਆਟਰ ਵਧਿਆ, ਉਹ ਹਾਹਾਕਾਰ ਮੱਚ ਗਈ। ਕੀ ਫਰਕ ਪੈ ਗਿਆ? ਮਿਲੀਅਨ ਦੀ ਮੰਗ, ਮੌਰਗੇਜ ਦੀ ਮੰਗ ਸਿਰਫ $200 ਵਧਿਆ। ਜੇ ਥੋੜੀ 2600 ਤਾਂ 2600 ਪੇਮੈਂਟ ਸੀ ਪਹਿਲਾਂ, ਤਾਂ 2800 ਹੋ ਗਈ ਜੀ। ਕਿੰਨੀ ਵੱਡੀ ਗੱਲ ਹੈ। ਪਰ ਰੌਲਾ ਕਿੱਥੇ ਪੈ ਗਿਆ ਕਿ ਅਸੀਂ ਰਿਲੈਕਸ ਹੋ ਗਏ ਸੀਗੇ। ਰਿਲੈਕਸ ਹੋਣ ਤੋਂ ਬਾਅਦ ਜਦੋਂ ਸਾਨੂੰ ਦੁਬਾਰਾ ਪਤਾ ਲੱਗਿਆ ਕਿ ਆਹ ਫੇਰ ਕੀ ਹੋ ਗਿਆ, ਉੱਤੋਂ ਫਿਰ ਸਾਨੂੰ ਬੈਂਕ ਨੇ ਇਹ ਵੀ ਕਹਿਤਾ ਕਿ ਜੁਲਾਈ ਦੇ ਵਿੱਚ ਨੈਕਸਟ ਮੀਟਿੰਗ ਹੈ ਸਾਡੀ, ਅਸੀਂ ਉਦੋਂ ਫਿਰ ਵਧਾਵਾਂਗੇ ਕੁਆਟਰ। ਫਿਰ ਹੁਣ ਸਾਡੇ 'ਚ ਹਾਹਾਕਾਰ ਮੱਚੀ ਕਿ ਇਸ 'ਤੇ ਗਲਤ ਕਰ ਬੈਠੇ। ਸੋ ਇਸ ਕਰਕੇ ਇਹ ਚੀਜ਼ ਤਾਂ ਹੀ ਉਹ ਇੱਥੇ ਆਏ ਆ ਅੱਜ ਅਸੀਂ ਇੰਟਰਸਟ ਰੇਟ ਦਾ ਕਰਕੇ। ਅਦਰਵਾਈਜ਼ ਮਾਰਕੀਟ 'ਚ ਕੁਛ ਨਹੀਂ ਹੋਣ ਲੱਗਿਆ, ਐਡੀ ਕੋਈ ਖਾਸ ਗੱਲ ਨਹੀਂ ਹੁੰਦੀ। ਕਿਸੇ ਨੇ ਘਰ ਨਹੀਂ ਛੱਡਣਾ, ਮੇਰੀ ਗੱਲ ਯਾਦ ਰੱਖਿਓ ਜੀ। ਕਿਸੇ ਨੇ ਬੈਂਕਅਪਸ ਨਹੀਂ ਹੋਣ ਦੇਣੀ, ਔਖੇ ਸੌਖੇ ਹੋ ਕੇ ਅਸੀਂ ਸਾਰ ਲੈਣਾ, ਔਰ ਸਾਰ ਦੇ ਆਏ ਵੀ ਹਾਂ ਤੇ ਸਾਰਦੇ ਰਹਿਣਾ ਅਸੀਂ। ਸੋ ਇਸ ਕਰਕੇ ਹਲਚਲ ਮੱਚੀ ਵੀ, ਇਸੇ ਕਰਕੇ ਲੋਕਾਂ ਦੇ ਵਿੱਚ ਇਸ ਟਾਈਮ ਇੱਕ ਅਨਸਰਟਨਟੀ ਬਣੀ ਹੋਈ ਹੈ ਕਿ ਅਸੀਂ ਪਤਾ ਨਹੀਂ ਕੀ ਬਣੂਗਾ। ਕੁਛ ਨਹੀਂ ਹੋਣਾ ਜੀ, 2 ਮਹੀਨੇ ਹੋਰ, 6 ਮਹੀਨੇ ਹੋਰ, ਅਸੀਂ ਨੋਰਮਲ ਫਿਰ ਹੋ ਜਾਣਾ, ਫਿਰ ਚੱਲ ਪੈਣਾ ਜੀ। ਹੁਣ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਜੀ, ਅੱਗੇ ਜੁਲਾਈ ਦੇ ਵਿੱਚ ਵਧਣ ਦੇ ਕੀ ਅਸਾਰ ਤੁਹਾਨੂੰ ਲੱਗਦੇ ਨੇ? ਇੰਟਰਸਟ ਰੇਟ ਵਧੂਗਾ ਜਾਂ ਕਿ ਇਹ ਪੌਜ਼ ਕਰਨਗੇ? ਨਹੀਂ, ਚਾਂਸ ਹੈਗੇ ਜੀ। ਉਹਦੀ ਵਜ੍ਹਾ ਇਹ ਹੈ ਇੱਕ ਤਾਂ ਕਿ ਆਹ ਜਿਹੜਾ ਕੁਆਟਰ ਅਸੀਂ ਵਧਾਇਆ, ਇਹਦੇ ਨਾਲ ਸਾਡਾ ਡਾਲਰ ਸਟਰੋਂਗ ਹੋਣ ਲੱਗ ਗਿਆ ਜੀ। ਸੋ ਇਸ ਕਰਕੇ ਬੈਂਕ ਆਫ ਕੈਨੇਡਾ ਨੂੰ ਲੱਗਦਾ। ਦੂਜੇ ਨੰਬਰ 'ਤੇ ਜਿਹੜਾ ਬੈਂਕ ਆਫ ਕੈਨੇਡਾ ਦਾ ਮੇਨ ਕੰਸਰਨ ਸੀਗਾ ਕਿ ਸਾਡੀ ਇਨਫਲੇਸ਼ਨ ਥੱਲੇ ਲੈ ਕੇ ਆਉਣਾ ਸੀ ਜੀ। ਇਨਫਲੇਸ਼ਨ ਸਾਡੀ ਥੱਲੇ ਨਹੀਂ ਆਈ, ਥੱਲੇ ਆਈ ਸੀ ਪਰ ਪੇਪਰਾਂ 'ਚ ਮੈਂ ਤਾਂ ਪਹਿਲਾਂ ਵੀ ਲਾਸਟ ਟਾਈਮ ਆਪਣੀ ਗੱਲ ਹੋਈ ਸੀ ਕਿ ਮੈਂ ਉਦੋਂ ਵੀ ਕਿਹਾ ਸੀ ਕਿ ਪੇਪਰਾਂ 'ਚ ਥੱਲੇ ਆਈ ਸੀ, ਪੇਪਰਾਂ 'ਚ ਉੱਪਰ ਚਲੀ ਗਈ, ਸਿਰਫ ਸਾਨੂੰ ਡਰਾਉਣ ਵਾਸਤੇ। ਤਾਂ ਹੁਣ ਉਹਨੂੰ ਕੰਟਰੋਲ ਕਰਨ ਵਾਸਤੇ ਜੇ ਇਹ ਨੈਕਸਟ ਕੁਆਟਰ ਨਹੀਂ ਵਧਾਉਂਦੇ ਤਾਂ ਆਹ ਕੁਆਟਰ ਵਧਾਇਆ ਵਿਅਰਥ ਜਾਊਗਾ ਜੀ। ਇਨਫਲੇਸ਼ਨ ਇਦੋਂ ਹੋਰ ਉੱਪਰ ਜਾਊਗੀ। ਸੋ ਮੈਂ ਪਰਸਨਲੀ
ਮੇਰੇ 'ਚ ਖਿਆਲ ਵੀ ਹੈ ਕਿ ਵਧੂਗਾ, ਮੈਂ ਪਰਸਨਲੀ ਚਾਹੁੰਦਾ ਵੀ ਹਾਂ ਜੀ, ਮੈਂ ਐਜ਼ ਏ ਪ੍ਰੋਫੈਸ਼ਨਲ ਮੈਂ ਚਾਹੁੰਦਾ ਕਿ ਇੱਕ ਕੁਆਟਰ ਹੋ ਵਧੇ ਜੀ, ਤਾਂ ਕਿ ਇਹਦਾ ਗਿਲ ਸਾਹਿਬ ਇਹ ਨਹੀਂ ਕਿ ਮੈਂ ਕਿਸੇ ਦਾ ਕੋਈ ਮਾੜਾ ਸੋਚਦਾ ਜਾਂ ਮੈਂ ਕੋਈ ਨੈਗੇਟਿਵ ਸੋਚਦਾ। ਮੈਂ ਹਾਲ ਇਹ ਸੋਚਦਾ ਹੁੰਦਾ ਕਿ ਸ਼ਾਰਟ ਟਾਈਮ ਪੇਨ ਲੌਂਗ ਟਾਈਮ ਗੇਨ। ਸਾਡੇ ਫਸਟ ਟਾਈਮ ਬਾਇਰ ਬੱਚੇ ਹੈ ਜਿਨ੍ਹਾਂ ਨੇ ਘਰ ਲੈਣੇ ਹੈਗੇ, ਉਹ ਮਾਰਕੀਟ 'ਚ ਤਾਂ ਹੀ ਆ ਸਕਦੇ ਆ ਜੇ ਇੰਟਰਸਟਡ ਵਧੂਗਾ ਤੇ ਪ੍ਰਾਈਸਾਂ ਥੱਲੇ ਆਉਣਗੀਆਂ। ਜੇ ਪ੍ਰਾਈਸਾਂ ਥੱਲੇ ਨਾ ਆਈਆਂ ਤੇ ਪ੍ਰਾਈਸਾਂ ਇੱਥੇ ਹੀ ਰਹੀਆਂ ਤਾਂ ਫਸਟ ਟਾਈਮ ਜਿਹੜੇ ਬਾਇਰ ਬੱਚੇ ਆ ਉਹਨਾਂ ਨੂੰ ਇੰਟਰ ਹੋਣਾ ਬਹੁਤ ਔਖਾ ਹੈ। ਅਸੀਂ ਪੇਮੈਂਟ ਕਰ ਲੈਂਦੇ ਹਾਂ, ਅਸੀਂ ਮੰਥਲੀ ਪੇਮੈਂਟ ਔਖੇ ਸੌਖੇ ਕਰ ਲੈਂਦੇ ਹਾਂ, ਪਰ ਸਾਥੋਂ ਡਾਊਨ ਪੇਮੈਂਟ ਸੇਵ ਨਹੀਂ ਹੁੰਦੀ ਜੀ। ਸੋ ਡਾਊਨ ਪੇਮੈਂਟ ਸੇਵ ਕਰਨ ਵਾਸਤੇ ਜੇ ਅੱਜ ਮਿਲੀਅਨ ਦਾ ਘਰ ਸਾਨੂੰ 2 ਲੱਖ ਡਾਲਰ ਚਾਹੀਦਾ, ਇਹੀ ਘਰ ਘੱਟ ਕੇ 7 ਤੇ ਆ ਜੇ ਸਾਨੂੰ ਇੱਕ 40 ਚਾਹੀਦਾ ਜੀ। ਜੇ ਕਿਤੇ 5 ਤੇ ਆਏ ਤਾਂ ਸਾਨੂੰ ਲੱਖ ਡਾਲਰ ਹੀ ਚਾਹੀਦਾ, ਅਸੀਂ ਲੱਖ ਡਾਲਰ ਦੇ ਕੇ ਘਰ ਲੈ ਸਕਦੇ ਹਾਂ। ਸੋ ਇਸ ਕਰਕੇ ਮੈਂ ਇਹ ਚਾਹੁੰਦਾ ਕਿਉਂਕਿ ਜਿਹੜੀ ਯੰਗ ਜਨਰੇਸ਼ਨ ਹੈ ਜੀ ਉਹਨੇ ਆਉਣਾ ਇਸ ਮਾਰਕੀਟ ਦੇ ਵਿੱਚ, ਤਾਂ ਉਹਨਾਂ ਵਾਸਤੇ ਇਹ ਜ਼ਰੂਰੀ ਹੈ। ਹਾਂਜੀ, ਵਾਕਈ ਸਹੀ ਗੱਲ ਹੈ। ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਸਾਡੇ ਫਸਟ ਟਾਈਮ ਬਾਹਰ ਨੇ ਸਾਡੇ ਬੱਚੇ ਹੈਗੇ ਨੇ ਜਾਂ ਜਿਹੜੇ ਆਪਣੇ ਇੱਥੇ ਇਮੀਗ੍ਰੈਂਟ ਪੀਆਰ ਹੋ ਰਹੇ ਨੇ, ਉਹਨਾਂ ਨੂੰ ਜਿਹੜਾ ਫਸਟ ਵਾਰ ਹੈਗਾ ਘਰ ਲੈਣ ਵਾਸਤੇ, ਜੇ ਕਿਸੇ ਨੇ ਜਾਂ ਮਿਲੀਅਨ ਦਾ ਜਾਂ 1.5 ਮਿਲੀਅਨ ਦਾ, ਅਸਲ ਵਿੱਚ ਬਰੈਂਪਟਨ ਦੇ ਵਿੱਚ ਗੱਲ ਕਰੀਏ, ਜੇ ਜੀਟੀ ਏਰੀਆ ਦੀ ਗੱਲ ਕਰੀਏ, ਮਿਲੀਅਨ ਦੇ ਵਿੱਚ ਤਾਂ ਕੁਝ ਵੀ ਮਿਲ ਨਹੀਂ ਰਿਹਾ ਹੈਗਾ। 1.5 1.8 ਦਾ 2 ਮਿਲੀਅਨ ਤੱਕ ਜੇ ਘਰ ਤੁਸੀਂ ਰੈਗੂਲਰ ਲੈਣਾ ਹੈਗਾ 1.5 ਮਿਲੀਅਨ ਤੋਂ ਜਿਹੜੇ ਸਟਾਰਟ ਹੋ ਰਹੇ ਨੇ, ਉਹਨਾਂ ਨੂੰ 20-25% ਜਿਹੜਾ ਡਾਊਨ ਪੇਮੈਂਟ ਦੇਣੀ ਪੈਣੀ ਹੈਗੀ। 3 ਲੱਖ ਡਾਲਰ ਬੰਦਾ ਕਿਹੜਾ ਇਕੱਠਾ ਇੱਥੇ ਕਰ ਲੂਗਾ? ਦੈਟਸ ਰੀਅਲੀ ਟੂ ਹਾਰਡ ਹੈਗਾ। ਇਸ ਕਰਕੇ ਜਿੱਦਾਂ ਤੁਸੀਂ ਕਿਹਾ ਹੈਗਾ, ਜੇ ਕੁਆਟਰ ਹੋਰ ਵੱਧਦਾ ਕੀ ਉਹਦੇ ਨਾਲ ਘਰਾਂ ਦੀ ਜਿਹੜੀ ਪ੍ਰਾਈਸ ਆ ਥੱਲੇ ਡ੍ਰੌਪ ਹੋਣ ਦੇ ਅਸਾਰ ਹੈ ਜਾਂ ਕਿ ਉਦਾਂ ਹੀ ਖੜੀ ਰਹੂਗੀ? ਨਹੀਂ, ਡੈਫੀਨਿਟਲੀ ਪ੍ਰਾਈਸ ਥੱਲੇ ਆਊਗੀ। ਪ੍ਰਾਈਸ ਉਹਦਾ ਕਾਰਨ ਇਹ ਇੱਕ ਤਾਂ ਪ੍ਰਾਈਸ ਆਉਣ ਦਾ, ਕਿਉਂਕਿ ਜਿਹੜੇ ਹੁਣ ਬੰਦੇ ਇਸ ਟਾਈਮ ਅਫੋਰਡ ਨਹੀਂ ਕਰ ਰਹੇ ਜੀ, ਘਰ ਦੀ ਅਫੋਰਡੇਬਿਲਿਟੀ ਖਤਮ ਹੋਈ ਵੀ ਹੈ, ਪਰ ਉਹ ਸਿਰਫ ਇਸ ਕਰਕੇ ਹੋਲਡ ਕਰੀ ਬੈਠੇ ਹੈ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਸ ਥੋੜੀ ਹੱਪ ਹੋ ਜੇ ਤੇ ਅਸੀਂ ਘਰ ਸੈੱਲ ਕਰ ਦਈਏ। ਪਰ ਉਹ ਕਿੰਨਾ ਚਿਰ ਹੋਲਡ ਕਰਨਗੇ ਜੀ? ਬਹੁਤਾ ਚਿਰ ਘਰ ਹੋਲਡ ਨਹੀਂ ਹੋਣੇ ਉਹਨਾਂ ਤੋਂ। ਐਂਡ ਆਫ ਦਾ ਡੇ ਉਹਨਾਂ ਨੂੰ ਘਰ ਸੇਲ ਤੇ ਲਾਉਣੇ ਪੈਣੇ ਆ। ਤੁਸੀਂ ਦੇਖੋ ਕੁਆਟਰ ਤੋਂ ਬਾਅਦ ਕਿੰਨੇ ਘਰ ਸੇਲ ਤੇ ਆ ਗਏ ਜੀ, ਕਾਫੀ ਘਰ ਸੇਲ ਬਹੁਤ ਜ਼ਿਆਦਾ ਸੇਲ ਤੇ ਆ, ਡਬਲ ਹੋ ਗਿਆ ਆਲਮੋਸਟ ਜਿੰਨੇ ਸਾਡੇ ਬਰੈਂਪਟਨ 'ਚ ਹੋਣੇ ਚਾਹੀਦੇ ਸੀ। ਸੋ ਇਸ ਕਰਕੇ ਜਿੰਨੇ ਘਰ ਵੱਧ ਆਉਣਗੇ ਮਾਰਕੀਟ ਦੇ ਵਿੱਚ, ਹੁਣ ਆਪਣੇ ਆਮ ਤੌਰ ਤੇ ਸਾਰੇ ਰੌਲਾ ਪਾਉਂਦੇ ਡਿਮਾਂਡ ਸਪਲਾਈ। ਦੇਖੋ ਡਿਮਾਂਡ ਜ਼ਰੂਰ ਹੈਗੀ, ਇਹ 'ਚ ਕੋਈ ਸ਼ੱਕ ਨਹੀਂ, ਪਰ ਜਿਵੇਂ ਬਿਲਡਰਾਂ ਤੋਂ 10 ਦਾ ਘਰ ਇੱਕ ਬੰਦਾ ਬੁੱਕ ਕਰਵਾਈ ਬੈਠਾ ਹੈ, ਉਹਦੀ ਡਿਮਾਂਡ ਤਾਂ ਨਹੀਂ ਜੀ, ਰਾਈਟ? ਉਹਦੀ ਡਿਮਾਂਡ ਤਾਂ ਹੈ ਨਹੀਂ, ਉਹਦੀ ਡਿਮਾਂਡ ਤਾਂ ਘਰ ਦੀ ਹੈ। ਸੋ ਜੇ ਅਸੀਂ ਉਵੇਂ ਕਰੀਏ, ਹੁਣ ਬਹੁਤ ਸਾਰੇ ਸੱਜਣ ਕਹਿੰਦੇ ਜੀ ਸੈਕੰਡ ਪ੍ਰਾਪਰਟੀ ਬੰਦ ਹੀ ਕਰ ਦਿਓ। ਬੰਦ ਵੀ ਨਹੀਂ ਤੁਸੀਂ ਕਰ ਸਕਦੇ, ਕਿਸੇ ਇਨਵੈਸਟਰ ਨੂੰ ਰੋਕ ਨਹੀਂ ਸਕਦੇ ਤੁਸੀਂ। ਬਹੁਤ ਸਾਰੇ ਸੱਜਣ ਜਿਹੜੇ ਘਰ ਨਹੀਂ ਅਫੋਰਡ ਕਰਦੇ, ਉਹਨਾਂ ਨੇ ਕਿਰਾਏ 'ਤੇ ਹੀ ਲੈਣਾ, ਕਿੱਥੋਂ ਲੈਣੇ ਕਿਰਾਏ? ਜੇ ਕੋਈ ਬਾਏ ਕਰਕੇ ਰੈਂਟ ਕਰੂ ਤਾਂ ਹੀ ਕਿਰਾਏ 'ਤੇ ਲੈਣਗੇ ਨਾ ਉਹ। ਸੋ ਇਸ ਕਰਕੇ ਤੁਸੀਂ ਉਹਨੂੰ ਵੀ ਨਹੀਂ ਰੋਕ ਸਕਦੇ ਤੁਸੀਂ। ਪਰ ਦੂਜੇ ਸਾਈਡ 'ਤੇ ਇਹ ਹੈਗਾ ਕਿ ਜੇ ਤੁਸੀਂ ਹੁਣ ਨਹੀਂ ਅਫੋਰਡ ਕਰ ਸਕਦੇ ਤਾਂ ਡੈਫੀਨੇਟਲੀ ਹੁਣ ਸੇਲ 'ਤੇ ਲਾਉਣਾ ਪੈਣਾ। ਫਿਰ ਇਹ ਵੀ ਹੁੰਦਾ ਹੈਗਾ ਵੀ ਚਲੋ ਜਿੰਨਾ ਸਸਤਾ ਨਿਕਲਦਾ ਕੱਢ ਦੋ ਕੇਰਾਂ, ਕਾਹਨੂੰ ਲੰਬਾ ਚੱਕਰ ਰੱਖਣਾ ਹੈਗਾ? ਜੇ ਬਾਹਰ 'ਚ ਰੱਖਾਂਗੇ ਵੱਧ ਲੂਜ਼ ਕਰਾਂਗੇ। ਸੋ ਇਸ ਕਰਕੇ ਘਰ ਡੈਫੀਨੇਟਲੀ ਪ੍ਰਾਈਸਾਂ ਡਾਊਨ ਹੋਣਗੇ। ਪਰ ਹੁਣ ਜਿਨ੍ਹਾਂ ਦੇ ਕੋਲ ਮਹਿੰਗੇ ਜਾਂ ਵੱਡੇ ਘਰ ਲਏ ਹੋਏ ਨੇ, ਉਹ ਆਪਣੇ ਘਰ ਨੂੰ ਕਿੱਦਾਂ ਪ੍ਰੋਟੈਕਟ ਕਰ ਪਾਉਣਗੇ? ਕਿਉਂਕਿ ਜਿਹੜੀ ਮੌਰਗੇਜ ਦਾ ਇਨਕਰੀਜ਼ ਹੋ ਚੁੱਕੀ ਆ, ਜੇ ਕਿਸੇ ਦੀ 4000 ਸੀ ਉਹਦੀ 6000 ਹੋ ਗਈ ਜਾਂ 5000 ਹੋ ਗਈ ਆ, ਪਰ ਉਹ ਘਰ ਨੂੰ ਕਿੱਦਾਂ ਪ੍ਰੋਟੈਕਟ ਰੱਖਣਗੇ ਆਪਣੇ ਘਰ ਨੂੰ? ਉਹਦੇ ਬਾਰੇ ਜ਼ਰੂਰ ਦੱਸੋ। ਹਾਂ ਬਿਲਕੁਲ ਜੀ, ਉਹਦੇ ਵਾਸਤੇ ਸੌਖੇ 2 ਤਰੀਕੇ ਹੁੰਦੇ ਜੀ। ਇੱਕ ਤਾਂ ਹੁੰਦਾ ਤਰੀਕਾ ਇਹ ਹੁੰਦਾ ਹੈਗਾ ਕਿ ਆਪਣੀ ਸਾਰੇ ਜਿੰਨੇ ਵੀ ਖਰਚੇ ਉਹਨੂੰ ਕੈਲਕੂਲੇਟ ਕਰੋ ਜੀ, ਸਾਰੇ ਕੈਲਕੂਲੇਸ਼ਨ ਕਰੋ ਤੁਹਾਡੇ ਘਰ ਦਾ ਕੀ ਖਰਚਾ ਹੈ, ਕਿੱਥੇ ਤੁਹਾਡਾ ਵਾਧੂ ਖਰਚਾ ਜਾ ਰਿਹਾ ਹੈ। ਦੂਜੇ ਨੰਬਰ ਤੇ ਹੁੰਦਾ ਹੈ ਕਿ ਤੁਸੀਂ ਜਿੱਥੇ ਕੋਈ ਘੱਟ ਕਰ ਸਕਦੇ ਹੋ ਉਹਨੂੰ ਘੱਟ ਕਰੋ ਜੀ, ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰੋ। ਜੇ ਤੁਹਾਨੂੰ ਲੱਗਦਾ ਤੁਹਾਡੇ ਅੱਜ ਕੱਲ੍ਹ ਆਮ ਤੁਸੀਂ ਦੇਖਿਆ ਹੁਣ ਹਰ ਇੱਕ ਕੋਈ 2-2 ਫੋਨ ਜੇਬ 'ਚ ਪਾਈ ਫਿਰਦਾ ਜੀ, ਜੇ ਤੁਹਾਨੂੰ ਨਹੀਂ ਲੋੜ ਤਾਂ ਇੱਕ ਕੈਂਸਲ ਕਰਾ ਦਿਓ ਜੀ, ਇੱਕ ਨਾ ਸਾਰ ਲਓ, ਠੀਕ ਹੈ ਨਾ? ਬਾਕੀ ਹੁੰਦਾ ਹੈ ਕਿ ਥੋੜ੍ਹਾ ਟਾਈਮ ਹੀ ਹੁੰਦਾ ਹੈ, ਉਹ ਟਾਈਮ ਦੇ ਵਿੱਚ ਮੈਂ ਪਹਿਲਾਂ ਵੀ ਰੌਲਾ ਪਾਉਂਦਾ ਹੁੰਦਾ ਸੀ ਕਿ ਸੇਵਿੰਗ ਮਸਟ ਹੈ। ਇਨਸਟੈਡ ਕਿ ਤੁਸੀਂ $5 ਬਣਾਓ, ਤੁਸੀਂ $2 ਸੇਵ ਕਰ ਲੈਣਾ, ਉਹ ਬੈਟਰ ਹੈ ਜੀ। ਉਹਨੂੰ ਸੇਵ ਕਰਨਾ ਸ਼ੁਰੂ ਕਰੋ, ਥੋੜਾ ਮੋਟਾ ਸੇਵਿੰਗ ਕਰੋ। ਬਾਕੀ ਇਹ ਤੁਹਾਡੀ ਕੈਲਕੂਲੇਸ਼ਨ ਮੌਰਗੇਜ ਦੀ ਹੈ, ਮੌਰਗੇਜ ਕਿਵੇਂ ਜਾ ਰਹੀ ਹੈ ਤੁਹਾਡੀ, ਕਿੰਨੀ ਜਾ ਰਹੀ ਹੈ, ਉਹਨੂੰ ਉਸ ਹਿਸਾਬ ਨਾਲ ਕੰਟਰੋਲ ਕਰਨਾ ਸ਼ੁਰੂ ਕਰੋ। ਕਈ ਚੀਜ਼ਾਂ ਹੁੰਦੀਆਂ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਜੀ, ਸਾਡੇ ਅਕਾਊਂਟ 'ਚੋਂ ਜਾਈ ਜਾਂਦੀਆਂ ਜੀ ਤੇ ਅਸੀਂ ਪੇ ਕਰੀ ਜਾਂਦੇ ਹਾਂ ਜੀ, ਪਰ ਉਹਨੂੰ ਜੇ ਥੋੜ੍ਹੇ ਅਸੀਂ ਕੰਟਰੋਲ ਕਰਕੇ ਚੈੱਕ ਕਰਕੇ ਦੇਖੀਏ ਕਿ ਇਹਦੀ ਲੋੜ ਨਹੀਂ, ਇਸ ਨੂੰ ਕੱਟ ਦਈਏ ਤੇ ਉਹ ਤੋਂ ਬੈਟਰ ਕਰ ਸਕਦੇ। ਹਮੇਸ਼ਾ ਜਿੱਦਾਂ ਹੁਣ ਤੁਸੀਂ ਗੱਲ ਕਹੀ ਵੀ ਚੈੱਕ ਨਹੀਂ ਕਰਦੇ, ਕਈ ਵਾਰ ਬੈਂਕ ਸਟੇਟਮੈਂਟਾਂ ਆਪਾਂ ਨਹੀਂ ਚੈੱਕ ਕਰਦੇ ਹੈਗੇ, ਜਿਹੜੀਆਂ ਪੇਮੈਂਟਾਂ ਨੇ ਜਾਂ ਕੋਈ ਮੈਂਬਰਸ਼ਿਪ ਲਈ ਹੁੰਦੀ ਹੈਗੀ ਆ, ਆਪਾਂ ਨਹੀਂ ਪਤਾ ਹੁੰਦਾ ਹੈਗਾ, ਉਹ ਪੇਮੈਂਟ ਨਿਕਲ ਜਾਂਦੀ ਹੈ। ਕਈ ਵਾਰ 6 ਮਹੀਨੇ ਬਾਅਦ ਜਾਂ ਸਾਲ ਬਾਅਦ ਆਪਾਂ ਦੇਖਦੇ ਹਾਂ ਵੀ ਇਹ ਤਾਂ ਕਦੇ ਆਪਾਂ ਯੂਜ਼ ਨਹੀਂ ਕੀਤੀ ਹੈਗੀ। ਜਿਹੜਾ $20-50-100 ਹੈਗਾ ਤੁਹਾਡਾ ਮਹੀਨੇ ਦਾ ਜਿਹੜਾ ਹੈਗਾ ਵੇਸਟ ਜਿਹੜਾ ਜਾ ਰਿਹਾ ਹੈਗਾ, ਜਿਹੜੀ ਆਪਣੀ ਸਟੇਟਮੈਂਟ ਹੈਗੀ ਜ਼ਰੂਰ ਤੁਸੀਂ ਜਿਹੜੀ ਚੈੱਕ ਕਰ ਲਿਆ ਕਰੋ। ਹੁਣ ਗੱਲ ਕਰਦੇ ਹੈਗੇ ਆ ਇੰਟਰਸਟ ਜਿਹੜਾ ਜਿਹੜੇ ਮੌਰਗੇਜ ਦੇ ਉੱਪਰ ਜਾ ਰਹੇ ਨੇ ਵਾਕਿਆ ਹੀ, ਪਰ ਉਹਨਾਂ ਨੂੰ ਜਿੱਦਾਂ ਇੰਟਰਸਟ ਰੇਟ ਨੂੰ ਜਿਹਦਾ ਘਰ ਲਿਆ ਹੋਇਆ, ਉਹਨਾਂ ਨੇ ਆਪਣੇ ਜਿੱਦਾਂ ਘਰ ਵਿੱਚੋਂ ਐਕੁਇਟੀ ਪਈ ਹੈਗੀ, ਉਹਦੇ ਵਿੱਚੋਂ ਆਪਣੇ ਐਕੁਇਟੀ ਕੱਢਣੀ ਹੋਵੇ, ਉਹਨਾਂ ਦੀ ਘਰ ਦੀ ਮੌਰਗੇਜ ਜਾਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਉਹ ਆਪਣੇ ਕਿੱਦਾਂ ਉਸ ਨੂੰ ਜਿਹੜੀ ਆਪਣੀ ਮਨੀ ਜਾਂ ਘਰ ਦੀ ਐਕੁਇਟੀ ਕਢਾਉਣ ਜਾਂ ਉਹ ਕ੍ਰੈਡਿਟ ਲਾਈਨ ਬਣਾਉਣ ਜਾਂ ਕਿੱਦਾਂ ਆਪਣੇ ਜਿਹੜਾ ਉਹਨੂੰ ਬੈਲੈਂਸ ਜਿਹੜਾ ਹੈਗਾ ਕੀਤਾ ਜਾ ਸਕਦਾ ਜੀ?
ਹਾਂ ਬਿਲਕੁਲ ਜੀ, ਜੇ ਤੁਸੀਂ ਅੱਗੇ ਤੁਹਾਡੀ ਕੋਈ ਮੌਰਗੇਜ ਦੀ ਆ ਰਹੀ ਹੈ, ਕਲੋਜ਼ਿੰਗ ਆ ਰਹੀ ਹੈ, ਬੈਂਕ ਕੋਈ ਘਰ ਲਈ ਤੁਸੀਂ ਬਾਏ ਕੀਤਾ ਸੀਗਾ ਜੀ, ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈ, ਉਹਦੇ ਵਾਸਤੇ ਤੁਸੀਂ ਆਪਣਾ ਜਿਹੜਾ ਪਹਿਲਾ ਘਰ ਹੈ ਟਰਾਈ ਕਰੋ ਉਹਨੂੰ ਰੀਫਾਈਨੈਂਸ ਕਰਾ ਲਓ, ਉਹ 'ਚੋਂ ਐਕੁਇਟੀ ਕੱਢ ਲਓ ਜੀ, ਠੀਕ ਹੈ ਨਾ। ਜਿਹੜੀ ਤੁਸੀਂ ਲਾਈਨ ਆਫ ਕ੍ਰੈਡਿਟ ਹੈ, ਲਾਈਨ ਆਫ ਕ੍ਰੈਡਿਟ ਬਣਾਉਣ ਦਾ ਤਾਂ ਗਿਲ ਸਾਹਿਬ ਫਾਇਦਾ ਹੁੰਦਾ ਵੀ ਜੇ ਤੁਸੀਂ ਉਹਨੂੰ ਸ਼ਾਰਟ ਟਾਈਮ ਵਾਸਤੇ ਯੂਜ਼ ਕਰਨਾ ਜੀ, ਉਹਨੂੰ ਸ਼ਾਰਟ ਟਾਈਮ ਵਾਸਤੇ ਤੁਸੀਂ 2 ਮਹੀਨੇ 6 ਮਹੀਨੇ ਯੂਜ਼ ਕੀਤਾ ਤੇ ਵਾਪਸ ਪੇ ਕਰਤੀ, ਫਿਰ ਤਾਂ ਲਾਈਨ ਆਫ ਕ੍ਰੈਡਿਟ ਦਾ ਫਾਇਦਾ ਹੈ। ਜੇ ਤੁਸੀਂ ਨੂੰ ਲੱਗਦਾ ਹੈ ਕਿ ਤੁਸੀਂ ਛੇਤੀ ਪੇ ਨਹੀਂ ਕਰ ਸਕਣਾ ਵਾਪਸ, ਫਿਰ ਤੁਸੀਂ ਐਕੁਇਟੀ ਕੱਢੋ ਘਰ ਦੇ ਵਿੱਚੋਂ, ਐਕੁਇਟੀ ਕੱਢ ਕੇ ਔਰ ਨੰਬਰ 2 ਦੇ ਉੱਤੇ ਹੁੰਦਾ ਜਿਹੜੀ ਲਾਈਨ ਆਫ ਕ੍ਰੈਡਿਟ ਹੈ ਉਹਦੇ ਵਾਸਤੇ ਇਨਕਮ ਡਬਲ ਚਾਹੀਦੀ ਹੈ ਜੀ। ਜੇ ਤੁਸੀਂ ਲਾਈਨ ਆਫ ਕ੍ਰੈਡਿਟ ਸਪੋਜ਼ ਕਰੋ ਲੱਖ ਡਾਲਰ ਦੀ ਬਣਾ ਲਈ, ਤੁਸੀਂ ਯੂਜ਼ ਨਹੀਂ ਕੀਤੀ, ਤੁਸੀਂ ਸਾਡੇ ਕੋਲ ਆਉਂਦੇ ਹੋ ਕਿ ਭਾਜੀ ਲਾਈਨ ਆਫ ਕ੍ਰੈਡਿਟ ਬਣੀ ਹੈ ਪਰ ਅਸੀਂ ਯੂਜ਼ ਨਹੀਂ ਕੀਤੀ, ਉਹ ਸਟਿਲ ਅਸੀਂ ਯੂਜ਼ 'ਚ ਹੀ ਗਿਣਦੇ ਹਾਂ ਜੀ, ਉਹ ਯੂਜ਼ ਦੇ ਵਿੱਚ ਹੀ ਆਉਂਦੀ ਹੈ ਕਿ ਤੁਸੀਂ ਲੱਖ ਡਾਲਰ ਤੁਹਾਡੇ ਕੋਲ ਕੈਸ਼ ਪਿਆ, ਤੁਸੀਂ ਪਤਾ ਨਹੀਂ ਕਿਹੜੇ ਵੇ ਯੂਜ਼ ਕਰ ਲਓ ਉਹਨੂੰ, ਕਿੱਥੇ ਯੂਜ਼ ਕਰ ਦਿਓ, ਜਿੱਥੇ ਯੂਜ਼ ਕਰੋਗੇ ਕੀ ਉੱਥੋਂ ਇਨਕਮ ਆਊਗੀ ਕੋਈ, ਜੇ ਅਸੀਂ ਵੈਸੇ ਯੂਜ਼ ਕਰ ਲਿਆ ਕਿਤੇ। ਸੋ ਸੇਮ ਕ੍ਰੈਡਿਟ ਕਾਰਡ ਹੁੰਦਾ, ਜੇ ਸਾਡੇ ਕ੍ਰੈਡਿਟ ਕਾਰਡ ਹੁੰਦਾ ਹੈ, ਅਸੀਂ ਕ੍ਰੈਡਿਟ ਕਾਰਡ ਕਿੱਥੇ ਯੂਜ਼ ਕਰ ਲੈਣਾ ਹੈ ਪਤਾ ਨਹੀਂ, ਉਹ ਜਿਹੜੀ ਚੀਜ਼ ਬਾਏ ਕੀਤੀ ਸੀ ਕੀ ਉਹਦੇ 'ਚੋਂ ਇਨਕਮ ਆਉਂਦੀ ਹੈ, ਕੀ ਉਹ ਚੀਜ਼ ਸਾਨੂੰ ਵਰਥ ਕਰਦੀ ਹੈ, ਜਾਂ ਵਰਥਲੈਸ ਚੀਜ਼ ਲੈ ਕੇ ਘਰੇ ਰੱਖ ਲਈ ਅਸੀਂ, ਕਿਤੇ ਉਹ ਗਏ ਕੋਈ ਪੌੜ ਚੱਕ ਲਿਆ, ਕੋਈ ਕੁਛ ਵੀ ਚੱਕ ਲਿਆ, ਕੋਈ ਲਿਆ ਕੇ ਰੱਖ ਲਿਆ, ਉਹ ਤਾਂ ਇਨਕਮ ਤਾਂ ਕੋਈ ਨਹੀਂ ਜੀ, ਸਾਡਾ ਖਰਚਾ ਖੜਾ ਹੋ ਗਿਆ ਜੀ। ਉਵੇਂ ਹੀ ਹੁੰਦਾ ਹੈਗਾ ਲਾਈਨ ਆਫ ਕ੍ਰੈਡਿਟ ਦੀ ਬਜਾਏ ਲਾਈਨ ਆਫ ਕ੍ਰੈਡਿਟ ਤਾਂ ਬਣਾਓ। ਹੁਣ ਕਈ ਬੰਦੇ ਮੈਨੂੰ ਫੋਨ ਆਉਂਦਾ ਭਾਜੀ ਉਹ ਕੋਈ ਖਰਚੇ ਨਹੀਂ ਪੂਰੇ ਹੋ ਰਹੇ, ਮੈਂ ਸੋਚਿਆ ਲਾਈਨ ਆਫ ਕ੍ਰੈਡਿਟ ਬਣਾ ਲਾਂ। ਜੇ ਤੁਹਾਡੇ ਖਰਚੇ ਅੱਜ ਨਹੀਂ ਪੂਰੇ ਹੋ ਰਹੇ, ਲਾਈਨ ਆਫ ਕ੍ਰੈਡਿਟ ਬਣਾ ਕੇ ਤੁਸੀਂ ਆਪਣੇ ਗੱਲ 'ਚ ਸੌਰੀ ਟੂ ਸੇ ਲਾਈਕ ਫਾਹਾ ਪਾ ਲਓਗੇ, ਸਹੀ ਗੱਲ ਹੈ, ਠੀਕ ਹੈ ਨਾ। ਉਲਟਾ ਹੋਰ ਖਰਚਾ ਖੜਾ ਹੋਈ ਤੁਹਾਨੂੰ। ਹੁਣ ਤੁਹਾਨੂੰ ਕੀ ਹੋਇਆ ਕਿ ਤੁਹਾਨੂੰ ਲੱਗਿਆ ਕਿ ਕੁਛ ਤਾਂ ਕੀਤੀ ਨਹੀਂ ਤੁਸੀਂ ਘਰ ਦੇ ਵਿੱਚ, ਤੁਸੀਂ 50,000 ਦੀ ਮੇਰੇ ਤੋਂ ਲਾਈਨ ਆਫ ਕ੍ਰੈਡਿਟ ਬਣਾ ਲਈ, ਹੁਣ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਬਣੀ ਹੈ, ਤੁਸੀਂ ਕੈਲਕੂਲੇਸ਼ਨ ਕੀਤੀ ਨਹੀਂ, ਦੇਖਿਆ ਘਟਦੇ ਆ ਪੈਸੇ, ਲਾਈਨ ਕੋ ਚੱਕੇ ਹੋਰ ਪਾਤੇ, ਲਾਈਨ ਕੋ ਚੱਕੇ ਹੋਰ ਪਾਤੇ, ਐਂਡ ਆਫ ਦਾ ਡੇ ਤੁਹਾਡੀ ਲਾਈਨ ਆਫ ਕ੍ਰੈਡਿਟ ਫੁੱਲ ਹੋ ਜਾਣੀ ਹੈ ਤੇ ਪਹਿਲਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ। ਫਿਰ ਤੁਸੀਂ ਅੱਗੇ ਪਿੱਛੇ ਦੇਖੋਗੇ ਹੁਣ ਕੀ ਕਰੀਏ, ਹੁਣ ਕਿੱਥੋਂ ਚੱਕੀਏ, ਫਿਰ ਤੁਸੀਂ ਫਿਰ ਸਾਡੇ ਕੋਲ ਆਉਂਦੇ ਭਾਜੀ ਮੈਂ ਤਾਂ 50,000 ਲਾਈਨ ਕ੍ਰੈਡਿਟ ਯੂਜ਼ ਕਰ ਲਈ, ਉੱਤੋਂ ਘਰ ਦੀ ਪ੍ਰਾਈਸ ਵੀ ਘਟ ਗਈ, ਪੈਸੇ ਨਿਕਲੂ ਥਾਂ ਵੀ ਨਹੀਂ, ਹੁਣ ਮੈਂ ਕਿੱਥੋਂ ਪੇ ਕਰਾਂ। ਸੋ ਇਸ ਕਰਕੇ ਬੈਟਰ ਹੈ ਲਾਈਨ ਆਫ ਕ੍ਰੈਡਿਟ ਨਾ ਹੀ ਬਣਾਓ। ਜਿਸ ਨੂੰ ਲੱਗਦਾ ਨਾ ਕੋਈ ਵੀ ਸੱਜਣ ਹੈ, ਦੇਖੋ ਮੈਨੂੰ ਕੰਮ ਮੈਂ ਕਰਵਾ, ਮੇਰੇ ਕੋਲ ਆਉਂਗੇ ਨਾ, ਮੈਂ ਕੰਮ ਕਰਵਾ ਕੇ ਮੈਨੂੰ ਫੀਸ ਬਣਨੀ ਹੈ ਜੀ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਬਣਵਾ ਦੂੰ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਯਾਰ ਫੀਸ ਤੋਂ ਬਿਨਾ ਇਹ ਸੋਚੋ ਕਿ ਜੇ ਤੁਸੀਂ ਅੱਜ ਨਹੀਂ ਅਫੋਰਡ ਕਰ ਰਹੇ ਜੀ, ਸੋਥੋਂ ਅੱਜ ਨਹੀਂ ਪੂਰਾ ਹੁੰਦਾ, ਲਾਈਨ ਆਫ ਕ੍ਰੈਡਿਟ ਬਣਾ ਕੇ ਮੈਂ ਗਰੰਟੀ ਕਰਦਾ ਤੁਸੀਂ ਡਬਲ ਜੈਪਟਾਈਜ਼ ਹੋ ਜਾਓਗੇ, ਉਲਟਾ ਸਮਾਂ ਹੋਰ ਗੱਲ 'ਚ ਫਾਹਾ ਪਾ ਲਓਗੇ। ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਡਾ ਲੋੜ ਤਾਂ ਨਾ ਬਣਾਓ। ਐਵੇਂ ਕਿਸੇ ਨੂੰ $20,000 $1,000 ਦੇ ਕੇ $2,000 ਦੇ ਕੇ ਬਹੁਤ ਹੈ ਕਿ ਸਾਨੂੰ ਇੱਥੇ ਮੈਨੂੰ ਜਾਣਦੇ, ਮੈਂ ਸੁਣਦਾ ਮੇਰੇ ਕੋਲ ਆਉਂਦੀਆਂ ਕਾਲਾਂ, ਭਾਜੀ ਮੇਰੀ 50,000 ਦੀ ਲਾਈਨ ਬਣਾਤੀ, ਉਹਨਾਂ ਨੇ $5,000 ਲਿਆ ਜੀ। ਕੋਈ ਸੈਂਸ ਨਹੀਂ ਬਣਦੀ ਜੀ, ਕੋਈ ਸੈਂਸ ਨਹੀਂ ਬਣਦੀ। ਖੁਸ਼ੀ ਇਹਨੇ ਪੈਸੇ ਵੇਸਟ ਕਰੋ, ਨਾ ਬਣਵਾਓ। ਉਹੀ 5,000 ਨਾ ਤੁਸੀਂ ਕਿਤੇ ਹੋਰ ਡੰਗ ਸਾਰ ਲਓ, ਉਹ ਲਾਈਨ ਆਫ ਕ੍ਰੈਡਿਟ ਤੋਂ ਮੁੜਨੀ ਨਹੀਂ, ਮੈਂ ਲਿਖ ਕੇ ਦੇਣਾ ਜੀ। ਸਹੀ ਗੱਲ ਆ, ਵਾਕਈ ਨੰਬਰ ਨਾਲ ਹੋਰ ਵੀ ਮੈਂ ਐਡ ਅਪ ਕਰਦਾ। ਜੇ ਕਿਸੇ ਨੂੰ ਇੱਥੇ ਕਈ ਵਾਰ ਕੋਈ ਯਾਰ ਦੋਸਤ ਆ, ਭਾਵੇਂ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਹੈਗਾ ਵੀ ਚੱਲ ਤੇਰਾ ਕ੍ਰੈਡਿਟ ਵਧੀਆ, ਤੂੰ ਕ੍ਰੈਡਿਟ ਲਾਈਨ ਬਣਾ ਲਾ ਤੇ ਮੈਂ ਘਰ ਲੈਣਾ ਹੈਗਾ ਤੇ ਮੈਂ ਪੇ ਕਰ ਦੂੰਗਾ, ਇਹਦੇ ਬਾਰੇ ਜ਼ਰੂਰ, ਕਿਉਂਕਿ ਕਾਫੀ ਲੋਕਾਂ ਦੇ ਨਾਲ ਇਦਾਂ ਦਾ ਜਿਹੜਾ ਵਰਤਾਰਾ ਹੋ ਰਿਹਾ ਹੈਗਾ। ਮੈਂ ਵਰਤਾਰਾ ਤਾਂ ਕਹਿ ਰਿਹਾ ਕਿਉਂਕਿ ਪੈਸੇ ਲੈ ਲੈਂਦੇ ਨੇ ਉਧਰੋਂ, ਘਰਾਂ ਦੀ ਜਿਹੜੀ ਮੌਰਗੇਜ ਇੰਟਰਸਟ ਰੇਟ ਵਧੀ ਜਾ ਰਹੇ ਨੇ, ਮੌਰਗੇਜ ਦੋਸਤੋਂ ਮਸਾਂ ਪੇ ਹੁੰਦੀ ਆ ਤੇ ਮੁੜ ਕੇ ਜਿਹੜਾ ਬਣਾ ਕੇ 20-50,000 ਲੱਖ ਡਾਲਰ ਦੀ ਆਪਣੇ ਕ੍ਰੈਡਿਟ ਲਾਈਨ ਦਿੱਤੀ ਹੁੰਦੀ ਹੈਗੀ ਆ, ਉਹਨੂੰ ਵਿਚਾਰੇ ਨੂੰ ਪੱਲੇ ਪੇ ਕਰਨੇ ਪੈ ਰਹੇ ਨੇ। ਉਹ ਕਿੱਦਾਂ ਸਿਕਿਉਰ ਆਪਣੇ, ਮਤਲਬ ਇੱਕ ਤਾਂ ਉਹਨਾਂ ਦਾ ਪ੍ਰਾਪਰਟੀ ਦੇ ਵਿੱਚ ਨਾਂ ਨਹੀਂ ਹੁੰਦਾ ਹੈਗਾ, ਦੂਜਾ ਲੱਖ 20-50,000 ਡਾਲਰ ਚੱਕ ਕੇ ਦੇ ਦਿੰਦੇ ਨੇ। ਅਗਰ ਜੇ ਪੈਸੇ ਉਹਨਾਂ ਨੇ ਦੇਣੇ ਨੇ ਉਸ ਪ੍ਰਾਪਰਟੀ ਦੇ ਰਿਲੇਟਡ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਪਤਾ ਵੀ ਉਹਦੀ ਘਰ ਦੀ ਕਲੋਜ਼ਿੰਗ ਆ ਰਹੀ ਆ। ਬਿਲਕੁਲ ਜੀ, ਜਾਂ ਤਾਂ ਤੁਸੀਂ ਉਹਨਾਂ ਨੂੰ ਮੌਰਗੇਜ ਦਿਓ ਜੀ, ਉਹਨਾਂ ਨੂੰ ਕਹੋ ਪ੍ਰੋਪਰ ਸੈਕਿੰਡ ਮੌਰਗੇਜ ਦਿਓ, ਉਹਨਾਂ ਕੋਲ ਪੈਸੇ ਲੈਣੇ ਤੂੰ ਲੈ ਲੈ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਲਈ ਜਾਂ ਕੋਈ ਵੀ ਘਰ ਐਕੁਇਟੀ ਕੱਢ ਲਈ ਆਪਣੀ, ਕਿਸੇ ਨੂੰ ਦੱਸੋ ਨਾ ਜੀ, ਸੀਕ੍ਰੇਟ ਹੁੰਦਾ, ਆਪਦੇ ਘਰੇ ਰੱਖੋ, ਕਿਸੇ ਨੂੰ ਰੌਲਾ ਨਾ ਪਾਓ ਕਿ ਮੈਂ ਜੀ ਮੈਂ ਲੈਣਾ। ਆਪਣੀ ਆਦਤ ਹੀ ਹੁਬ ਕੇ ਦੱਸਦੇ ਸੀ, ਮੇਰੇ ਕੋਲ 1.5 ਲੱਖ ਦੀ ਕਿਰਾਇਆ ਲੈਣੀ ਪਈ ਹੈ ਜੀ। ਉਹ ਜਦੋਂ ਮੰਗਣਾ ਆਇਆ ਤਾਂ ਮੇਰੇ ਵਰਗਾ ਫਿਰ ਅਸੀਂ ਕਹਿੰਦੇ ਅਸੀਂ ਦੇਣੀ, ਫਿਰ ਕਿਰਾਇਆ ਲੈਣ ਦੇਤੀ, ਜਿੱਦੇ ਕਿਰਾਇਆ ਲੈਣ ਦੇਤੀ, ਜਿੱਦੇ ਚੈੱਕ ਲੈ ਗਿਆ ਉਹਦੇ ਉਹਦਾ ਵਰਤਾਰਾ ਹੋਰ ਹੋਊਗਾ ਜੀ। ਤੇ ਜਿੱਦੇ ਉਹ ਡੋਰ ਤੋਂ ਬਾਹਰ ਨਿਕਲਿਆ ਫਿਰ ਤੁਸੀਂ ਮੰਗਤੇ ਵਾਂਗੂ ਉਹਦੇ ਪੈਸੇ ਮੰਗੋਗੇ ਉਹ ਤੋਂ ਜੀ, ਭਿਖਾਰੀ ਵਾਂਗੂ ਉਹਦੇ ਬਾਹਰ 'ਚ ਖੜੇ ਹੋਵੋਗੇ। ਠੀਕ ਹੈ ਜੀ, ਉਹਦੇ ਨਾਲ ਬੈਟਰ ਹੈ ਤੁਸੀਂ ਜੇ ਉਹਨੂੰ ਪੈਸੇ ਦੇਣੇ ਹੀ ਹੈ ਤਾਂ ਉਹਨੂੰ ਕਹੋ ਵੀ ਦੇਖ ਪ੍ਰੋਪਰ ਵੀ ਮੈਂ ਤੈਨੂੰ ਪੈਸੇ ਦੇ ਦੇਣਾ, ਹੈਲਪ ਕਰ ਦੇਣਾ, ਕੋਈ ਮਾਈਂਡ ਨਹੀਂ, ਭਾਵੇਂ ਤੁਹਾਡੀ ਭੈਣ ਹੈ, ਭਰਾ ਹੈ, ਜੀਜਾ ਹੈ, ਸਾਲਾ ਜੋ ਵੀ ਹੈ ਜੀ। ਘਰ ਦੇ ਉੱਤੇ ਸੈਕਿੰਡ ਮੌਰਗੇਜ ਰਜਿਸਟਰ ਕਰ ਦਿਓ। ਉਹ ਆਪਣੇ ਆਪ ਜਿੱਦੇ ਘਰ ਵੇਚੂਗਾ, ਕੁਝ ਵੀ ਕਰੂਗਾ, ਤੁਹਾਨੂੰ ਮੋੜਨੇ ਪੈਣੇ ਆ। ਸਿਕਿਉਰ ਹੋ ਤੁਸੀਂ, ਸਿਕਿਉਰ ਹੋ ਤੁਸੀਂ। ਨੰਬਰ ਸਾਡੇ ਸਾਰਿਆਂ ਨੂੰ ਵੱਡੇ ਗਿਲ ਸਾਹਿਬ ਰੌਲੇ ਕਿੱਥੇ ਪੈਂਦੇ ਆ ਜਦੋਂ ਅਸੀਂ ਕਿਸੇ ਨੂੰ ਪੈਸੇ ਦੇ ਦਿੰਦੇ ਆ। ਹਾਂਜੀ, ਪੈਸਾ ਇੱਕ ਇਹੀ ਚੀਜ਼ ਹੈ ਜਿਹੜਾ ਸਾਡਾ ਰੌਲਾ ਪਾਉਂਦੀ ਹੈ, ਸਾਡਾ ਕੋਈ ਰੌਲਾ ਨਹੀਂਗਾ। ਅਸੀਂ ਦਿਲ ਦਰਿਆ ਬਹੁਤ ਆ ਪੰਜਾਬੀ 'ਚ, ਕੋਈ ਸ਼ੱਕ ਨਹੀਂ। ਅਸੀਂ ਕਦੇ ਵੀ ਰੈਸਟੋਰੈਂਟ 'ਤੇ ਬੈਠੇ ਆ ਤਾਂ ਅਸੀਂ ਕਹਿੰਦੇ ਮੈਂ ਬਿਲ ਪੇ ਕਰੂੰਗਾ, ਇਹ ਸਾਡੀ ਖਾਸੀਅਤ ਹੈ। ਨੋ ਸ਼ੱਕ, ਕੋਈ ਵਧੀਆ ਗੱਲ ਹੈ, ਸੋਚਣੀ ਵਧੀਆ ਸੋਚਣੀ ਹੈ। ਪਰ ਅਸੀਂ ਜਦੋਂ ਪੈਸੇ ਦੇਣ ਲੱਗਦੇ ਕਿਸੇ ਨੂੰ, ਅਸੀਂ ਚੱਲ ਹੋਊ ਦੇਖੀਏ ਕੋਈ ਨਹੀਂ ਦੇ ਦਿਆਂਗੇ, ਕੀ ਫਰਕ ਪੈਂਦਾ ਹੈ। ਉਹ ਬਾਅਦ 'ਚ ਮੈਂ ਇਹੋ ਜਿਹੇ ਦੇਖੇ ਮੇਰੇ ਕੋਲੇ ਆ ਕੇ, ਭੈਣਾਂ ਉਹਦੇ ਭਰਾਵਾਂ ਟੁੱਟ ਗਈਆਂ, ਆਪਦੇ ਸਹੁਰਿਆਂ ਟੁੱਟ ਗਈਆਂ, ਆਪਦੇ ਪੇਕਿਆਂ ਟੁੱਟ ਗਈਆਂ, ਕਿਸੇ ਨਾਲ ਬੋਲ ਚਾਲ ਨਹੀਂ ਅੱਜ, ਸਿਰਫ ਇੱਕ ਪੈਸੇ ਖਾਤਰ। ਸੋ ਦੇਣੇ ਆ ਪੈਸੇ, ਨੋ ਡਾਊਟ ਦੇ ਦਿਓ, ਪਰ ਉਹਨੂੰ ਕਿਸੇ ਪ੍ਰੋਪਰ ਵੇ ਲਾਇਰ ਦੇ ਜਾ ਕੇ ਪ੍ਰੋਪਰ ਰਜਿਸਟਰਡ ਕਰਕੇ ਫਿਰ ਦਿਓ ਤਾਂ ਤੁਸੀਂ ਬੈਟਰ ਰਹੋਗੇ।
ਜੀ ਵਾਕਈ ਸਹੀ ਗੱਲ ਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੀ ਕਲੋਜ਼ਿੰਗ ਆ ਰਹੀ ਆ, ਉਹਨਾਂ ਦੇ ਕੋਲ ਸ਼ਾਰਟਫਾਲ ਮਤਲਬ ਪੈਸੇ ਦੀ ਜਿਹੜੀ ਸ਼ਾਰਟੇਜ ਆ ਰਹੀ ਆ, ਜਾਂ ਤੁਹਾਨੂੰ ਕੋਈ ਐਂਡ ਆਫ ਡੇ ਦੇ ਉੱਤੇ ਤੁਹਾਨੂੰ ਕਿਸੇ ਨੂੰ ਕੋਈ ਵੀ ABC ਕਿਤੋਂ ਤੁਸੀਂ ਮੌਰਗੇਜ ਕਰਵਾ ਰਹੇ ਹੋ, ਤੁਹਾਨੂੰ ਉਹਨੇ ਕਹਿਤਾ ਜੀ ਹੁਣ ਤੁਹਾਨੂੰ ਜਿਹੜੀ ਘਰ ਦੀ ਚਾਬੀ ਅੱਜ ਨਹੀਂ ਮਿਲ ਰਹੀ, ਇੱਥੇ ਕੋਈ ਗਲਿਚ ਆ ਗਈ, ਕੋਈ ਪ੍ਰੋਬਲਮ ਆ ਗਈ, ਮੌਰਗੇਜ ਦੇ ਵਿੱਚ ਕੋਈ ਦਿੱਕਤ ਆ ਗਈ ਆ, ਤੇ ਉਸ ਪੁਆਇੰਟ ਦੇ ਉੱਤੇ ਤੁਸੀਂ ਦਰਸ਼ਕ ਨੇ ਜਿੰਨੇ ਆਪਣੇ ਵਾਚ ਕਰਦੇ ਨੇ, ਜਿੰਨਾ ਆਪਣੇ ਤੁਹਾਡੇ ਕਲਾਇੰਟ ਹੈਗੇ ਨੇ ਜਾਂ ਲੋਕ, ਤੁਸੀਂ ਉਹਨਾਂ ਦੀ ਕਿੱਦਾਂ ਹੈਲਪ ਕਰ ਸਕਦੇ ਹੋ ਉਸ ਜਗ੍ਹਾ ਦੇ ਉੱਤੇ? ਹਾਂ ਬਿਲਕੁਲ ਜੀ। ਪਹਿਲਾਂ ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਦੋਂ ਘਰ ਬਾਏ ਕਰਦੇ ਹਾਂ ਅਸੀਂ ਰਾਈਟ ਵੇ ਉਹਦੀ ਅਪਰੇਜ਼ਲ ਕਰਾ ਲਈਦੀ ਹੈ ਜੀ, ਤਾਂ ਕਿ ਸ਼ਾਰਟਫਾਲ ਆਵੇ ਹੀ ਨਾ, ਸਾਨੂੰ ਪਤਾ ਹੋਵੇ ਕਿੰਨੀ ਸਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੇ ਸਾਨੂੰ ਐਕਸਟਰਾ ਫੰਡ ਚਾਹੀਦੇ ਹੈ ਜੀ। ਹੁਣ ਕੀ ਹੋਇਆ, ਮੈਂ ਕਲੀਅਰ ਵੀ ਕਰ ਦਿੰਦਾ, ਜਿਹੜੀਆਂ ਅਕਤੂਬਰ 21 ਤੋਂ ਬਾਅਦ ਤੇ ਮਾਰਚ 2022 ਤੱਕ ਪ੍ਰਾਪਰਟੀਆਂ ਵਿਕੀਆਂ ਜਾਂ ਤੁਸੀਂ ਬਿਲਡਰ ਤੋਂ ਬੁੱਕ ਕਰਾਈਆਂ ਸੀਗੀਆਂ, ਉਹਨਾਂ ਦੀ ਲੱਖ ਤੋਂ $2 ਲੱਖ ਅਪਰੇਜ਼ਲ ਘੱਟ ਆ ਰਹੀ ਹੈ ਕਿਉਂਕਿ ਉਹ ਪੀਕ ਟਾਈਮ ਸੀ ਜੀ, ਉਹ ਪੀਕ ਟਾਈਮ ਤੇ ਸੋਲਡ ਹੋਈਆਂ, ਉਹਨਾਂ ਦੀ ਅਪਰੇਜ਼ਲ ਘੱਟ ਆ ਰਹੀ ਹੈ। ਸੋ ਇਸ ਕਰਕੇ ਜਿਨ੍ਹਾਂ ਨੇ ਉਦੋਂ ਪ੍ਰਾਪਰਟੀਆਂ ਲਈਆਂ ਸੀ ਕਲੋਜ਼ਿੰਗ ਆ ਰਹੀ ਹੈ, ਪਹਿਲੇ ਪ੍ਰਿਪੇਅਰ ਰਹੋ ਕਿ ਇੰਨੀ ਪ੍ਰਾਈਸ $1 ਲੱਖ ਘੱਟੋ ਘੱਟ ਪ੍ਰਾਈਸ ਥੋੜੀ ਘੱਟ ਆਊਗੀ ਜੀ। ਫਿਰ ਨੰਬਰ 2 ਤੇ ਤੁਹਾਨੂੰ ਲੱਗਦਾ ਕਿ ਸਾਨੂੰ ਨਹੀਂ ਫੰਡ ਕਿਤੋਂ ਪਤਾ ਲੱਗਦਾ ਤਾਂ ਸਾਡੇ ਕੋਲ ਆਓ, ਤੁਹਾਡੇ ਕੋਲ ਘਰ ਪੁਰਾਣਾ ਘਰ ਹੈਗਾ ਉਹ 'ਚ ਐਕੁਇਟੀ ਪਈ, ਆਪਾਂ ਐਕੁਇਟੀ ਯੂਜ਼ ਕਰ ਸਕਦੇ ਹਾਂ, ਨਹੀਂ ਫਿਰ ਤੁਹਾਨੂੰ ਅਸੀਂ ਸੈਕੰਡ ਮੌਰਗੇਜ ਦਵਾ ਸਕਦੇ ਹਾਂ ਜੀ। ਸੋ ਹਮੇਸ਼ਾ ਵਾਸਤੇ 2 ਚੀਜ਼ਾਂ ਯਾਦ ਰੱਖੋ, ਜਿਹੜਾ 2 ਤਰ੍ਹਾਂ ਦੇ ਕਲਾਇੰਟ ਹੁੰਦੇ ਜੀ। ਇੱਕ ਹੁੰਦਾ ਹੈਗਾ ਉਹ ਕਹਿੰਦੇ ਵੀ ਅਸੀਂ ਪ੍ਰਾਪਰਟੀ ਚਾਹੀਦੀ, ਅਸੀਂ ਪ੍ਰਾਪਰਟੀ ਲੈਣੀ ਹੈ। ਇੱਕ ਹੁੰਦਾ ਕਿ ਦੇਖੀ ਜਾਓ ਕੀ ਬਣਦਾ, ਉਹ ਦੇਖਿਓ ਕੀ ਬਣਦੇ ਨਜ਼ਰ ਰਹੋ ਕਦੇ ਵੀ, ਐਂਡ ਆਫ ਦਾ ਡੇ ਪੇ ਤੁਸੀਂ ਕਰਨੇ ਆ ਜੀ, ਸਾਰਾ ਬਰਡਨ ਤੁਹਾਡੇ ਤੇ ਹੀ ਆਉਣਾ ਹੈਗਾ। ਸੋ ਕੋਸ਼ਿਸ਼ ਕਰੋ, ਜਿਹੜਾ ਸਮਾਰਟ ਬਾਇਰ ਹੁੰਦਾ ਨਾ, ਸਮਾਰਟ ਬਾਇਰ ਇਹ ਹੁੰਦਾ ਕਿ ਮੈਂ ਕਿਹੜਾ ਕਲੋਜ਼ਿੰਗ ਕਰਾ ਲਾਂ, ਕਲੋਜ਼ਿੰਗ ਕਰਾ ਕੇ ਫਿਰ ਆਪਾਂ ਦੇਖਦੇ ਹਾਂ ਚਲੋ ਕੀ ਬਣੂਗਾ। ਉਦੋਂ ਪੈਨਿਕ ਨਾ ਹੋ, ਅਸੀਂ ਪੈਨਿਕ ਬਹੁਤ ਹੋ ਜਾਂਦੇ ਹਾਂ। ਮੈਂ ਬਹੁਤ ਸਾਰੇ ਸੱਜਣ ਮੈਨੂੰ ਆਉਂਦੇ ਆ, ਮੈਨੂੰ ਵੀ ਫੋਨ ਆ ਜਾਂਦਾ, ਨਾਲ ਮੇਰੇ ਜਿਹੜਾ ਕੋਈ ਹੋਰ ਕਲੀਗ ਹੁੰਦਾ ਉਹਨੂੰ ਵੀ ਫੋਨ ਆ ਜਾਂਦਾ, ਸਾਡੀ ਬ੍ਰਾਂਚ ਦੇ ਵੀ ਸਾਡੇ ਕਿਹੜੀ ਬ੍ਰੋਕਰੇਜ 'ਚ 3 ਨੂੰ ਫੋਨ ਆ ਜਾਂਦਾ, ਮੈਨੂੰ ਦੱਸਦਾ ਯਾਰ ਉਹ ਫਲਾਣੇ ABC ਦਾ ਮੈਨੂੰ ਵੀ ਫੋਨ ਆਇਆ ਸੀ, ਮੈਨੂੰ ਵੀ ਆਇਆ ਸੀ ਜਦੋਂ ਅਸੀਂ ਇਕੱਠੇ ਲੰਚ ਕਰਦੇ ਹੁੰਦੇ ਹਾਂ। ਤੇ ਉਹ ਕਹਿੰਦੇ ਫਿਰ ਅਸੀਂ ਪੁੱਛਦੇ ਹਾਂ ਵੀ ਕੀਤਾ ਕਿਸੇ ਹੋਰ ਨੂੰ ਵੀ ਹੋਊਗਾ, ਫਿਰ ਬਾਹਰ ਨੂੰ ਕਿਸੇ ਨੂੰ ਪੁੱਛਦੇ ਹਾਂ, ਬਾਹਰ ਵੀ ਸਾਰੇ ਮੌਰਗੇਜ ਜਾਣਦੇ ਹੀ ਹੈ ਸਾਰੇ, ਕਿਉਂ ਪੁਰਾਣੇ ਮੈਨੂੰ ਵੀ ਦੇਰ ਹੋ ਗਈ, ਸਾਰੇ ਫਰੈਂਡ ਹੀ ਆ, ਸਾਡੇ ਦੋਸਤ ਮਿੱਤਰ ਸਾਰੇ ਜਾਣਦੇ ਆ, ਕਿਤੇ ਇਕੱਠੇ ਹੁੰਦੇ ਉੱਥੇ ਵੀ ਹੁੰਦੇ ਆ, ਫਲਾਣੇ ਮੈਨੂੰ ਵੀ ਆਇਆ ਸੀ ਫੋਨ। ਉਦੋਂ ਪੈਨਿਕ ਨਾ ਹੋ, ਪੈਨਿਕ ਕਦੇ ਹੋਣ ਦੀ ਲੋੜ ਨਹੀਂ ਹੁੰਦੀ। ਇੱਕ ਥਾਂ ਤੇ ਕੰਮ ਕਰਵਾ ਰਹੇ ਆ ਉੱਥੇ ਹੀ ਕਰਵਾਓ, ਉਹਨਾਂ ਨੂੰ ਮੌਕਾ ਦਿਓ, ਆਲਰੇਡੀ ਕਰੀ ਬੈਠੇ ਤੁਹਾਡਾ ਕੰਮ ਜੀ, ਭਾਵੇਂ ਕੋਈ ਹੋਰ ਹੈ, ਮੈਂ ਨਹੀਂ ਕਹਿੰਦਾ ਮੈਂ ਹੀ ਆ ਇਕੱਲਾ, ਜਿਹੜਾ ਵੀ ਕੋਈ ਕਰ ਰਿਹਾ ਪ੍ਰੋਫੈਸ਼ਨਲ ਆ ਉਹ ਆਲਰੇਡੀ ਤੁਹਾਡਾ ਕੰਮ ਕਰੀ ਬੈਠਾ, ਉਹਨੂੰ ਥੋੜ੍ਹਾ ਮੌਕਾ ਹੋਰ ਦਿਓ। ਨਹੀਂ ਸਮਝ ਆਉਂਦੇ ਸੈਕੰਡ ਓਪੀਨੀਅਨ ਲੈ ਲਓ, ਪਰ ਬਹੁਤੇ ਥਾਈਂ ਨਾ ਜਾਓ, ਜਿੰਨੇ ਤੁਸੀਂ ਬਹੁਤ ਥਾਈਂ ਜਾਓਗੇ ਜਿੰਨੀ ਵੱਧ ਨੌਲੇਜ ਗੇਨ ਕਰਨੀ ਕੋਲ। ਮੇਰੇ ਕੋਲ ਬੰਦਾ ਆਇਆ ਕਹਿੰਦੇ ਮੈਂ 6 ਮੌਰਗੇਜ ਬ੍ਰੋਕਰ ਨੂੰ ਮਿਲ ਕੇ ਆਇਆ ਜੀ, ਤੇ ਹੁਣ ਤੁਹਾਡੇ ਕੋਲ 7ਵੇਂ ਕੋਲੇ ਆਇਆ ਮੈਂ, ਠੀਕ ਹੈ, ਮੈਂ ਪੂਰੀ ਇਨਫੋਰਮੇਸ਼ਨ ਲੈਣੀ ਚਾਹੁੰਦਾ। ਪਹਿਲਾਂ ਕੀ ਮੈਂ ਉਹਨੂੰ ਕੋਈ ਗੱਲ ਕਹੀ, ਮਹਾਂਵੀਰ ਜੀ ਮੇਰੀ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਸਪਸ਼ਟ ਕਹਿਣਾ ਤੁਹਾਡੇ ਨਾਲ ਠੱਗੀ ਵੱਜੂ। ਉਹ ਕਹਿੰਦਾ ਜੀ ਕਿਉਂ? ਮਹਾਂਵੀਰ ਟੂ ਮੱਚ ਨੌਲੇਜ ਵੀ ਡੇਂਜਰਸ ਹੁੰਦੀ ਹੈ, ਕਿਉਂਕਿ ਤੁਸੀਂ ਉਹਨੂੰ ਮੌਰਗੇਜ ਬ੍ਰੋਕਰ ਨੂੰ ਤੁਸੀਂ ਦੱਸਣਾ ਕਿ ਤੂੰ ਐਂ ਕਰ, ਉਹ ਨਹੀਂ ਤੁਹਾਨੂੰ ਦੱਸਣਾ ਜੀ। ਐਂਡ ਆਫ ਦਾ ਡੇ ਜੀ ਬਿਲੀਵ ਕਰੋ, ਮੈਂ ਆਉਣ ਦੀ ਕਹਿ ਰਿਹਾ ਉਹਦੀ ਮੌਰਗੇਜ ਪ੍ਰਾਈਵੇਟ ਹੋ ਜਾਊ ਜੀ, ਜਿਹੜੇ ਬੰਦੇ ਕੋਲ ਗਿਆ ਔਰ ਉਹ ਬੰਦੇ ਨੂੰ ਨੌਲੇਜ ਵੀ ਕੋਈ ਨਹੀਂ ਸੀ ਜੀ, ਜਿੱਥੇ ਆ ਕੇ ਫਸਿਆ। ਕਿਉਂਕਿ ਤੁਸੀਂ ਆਪ ਜੱਜ ਹੁੰਦੇ ਹੋ, ਤੁਸੀਂ ਇਹ ਚੀਜ਼ਾਂ ਨੋਟ ਕਰੋ, ਉਹ ਤੁਹਾਨੂੰ ਆਪ ਪਤਾ ਲੱਗ ਜਾਂਦਾ ਕਿ ਮੈਂ ਕਿੱਥੇ ਖੜਾ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਤੁਸੀਂ ਘਰ ਅਫੋਰਡ ਕਰ ਸਕਦੇ, ਤੁਹਾਨੂੰ ਆਪ ਨੂੰ ਪਤਾ ਹੈ, ਤੁਹਾਨੂੰ ਆ ਕੇ ਰਿਐਲਟਰ ਨਹੀਂ ਦੱਸਣਾ ਕਿ ਤੂੰ ਘਰ, ਰਿਐਲਟਰ ਦਾ ਕੰਮ ਹੈ ਤੁਹਾਨੂੰ ਘਰ ਦਿਖਾਉਣਾ, ਪਰ ਤੁਸੀਂ ਉਹਦੇ ਕੈਲਕੂਲੇਸ਼ਨ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਜੀ। ਵਾਕਈ ਸਹੀ ਗੱਲ ਆ। ਤੇ ਇਹ ਭੁੱਲਰ ਸਾਹਿਬ ਜੀ ਔਨ 에ਅਰ ਆਪਾਂ ਕਹਿ ਰਹੇ ਹਾਂ ਜੀ, ਕਈ ਕਲਾਇੰਟ ਜਿੱਦਾਂ 1-2 ਕਲਾਇੰਟ ਸੀਗੇ 2-3 ਮਹੀਨੇ ਬਾਅਦ ਦੇ ਵਿੱਚ ਗੇੜਾ ਕੱਢ ਕੇ ਮੁੜ ਕੇ ਫਿਰ ਭੁੱਲਰ ਸਾਹਿਬ ਦੇ ਕੋਲ ਕਹਿੰਦੇ ਨੇ ਜੀ ਹੁਣ ਤਾਂ ਤੁਸੀਂ ਕਰਾਉਣੀ ਹੈ ਮੌਰਗੇਜ, ਜਿੱਦਾਂ ਮਰਜ਼ੀ ਕਰਾਵੋ। ਫਿਰ ਹੁਣ ਇਹਨਾਂ ਨੂੰ ਫਿਰ ਕੰਮ ਕਰਨਾ ਪੈਂਦਾ ਹੈਗਾ, ਕਿਉਂਕਿ ਜੌਬ ਆ ਜੀ ਵਾਕਈ ਹੀ 100% ਕਰਦੇ ਨੇ 48 ਘੰਟਿਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਆ ਮੌਰਗੇਜ ਦੀ ਅਪਰੂਵ ਕਰਾ ਕੇ ਦਿੰਦੇ ਨੇ। ਜਿੰਨੀਆਂ ਵੀ ਆਪਣੀਆਂ ਫਾਈਲ ਭੁੱਲਰ ਸਾਹਿਬ ਕੋਲ ਗਈਆਂ ਨੇ ਜੀ, ਸਾਰੀਆਂ 100% ਉਹਨਾਂ ਦੀ ਜਿਹੜੀ ਰੇਸ਼ੋ ਆ 100% ਸਕਸੈਸ ਗਈਆਂ ਨੇ। ਕਦੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜਾ ਡੇ ਦੱਸਦੇ ਸੀਗੇ ਉਸ ਦਿਨ ਨੂੰ ਚਾਬੀ ਉਹਨੇ ਵਜੇ ਚਾਬੀ ਜਿਹੜੀ ਹੈਗੀ ਆ ਹਾਜ਼ਰ ਹੁੰਦੀ ਸੀਗੀ। ਤੇ ਭੁੱਲਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ। ਜਿੰਨੇ ਵੀ ਕਲਾਇੰਟ ਤੁਹਾਡੇ ਕੋਲ ਆਏ ਨੇ ਆਪਣੇ ਵੱਲੋਂ ਮਾਧਿਅਮ ਰਾਹੀਂ TV ਵੱਲੋਂ ਜਾਂ ਮੇਰੇ ਪਰਸਨਲੀ ਸਾਰੇ ਬੜੇ ਖੁਸ਼ ਨੇ, ਬੜਾ ਇੰਟਰਸਟਿਡ, ਉਹਨਾਂ ਨੂੰ ਤੁਸੀਂ ਬਹੁਤ ਹੀ ਵਧੀਆ ਇੰਟਰਸਟਿਡ ਜਿਹੜਾ ਹੈਗਾ ਲੈ ਕੇ ਦਿੱਤਾ ਹੈਗਾ, ਬਹੁਤ ਹੀ ਵਧੀਆ। ਫੋਨ ਨੰਬਰ ਤੁਸੀਂ ਕਰ ਲਓ ਜੀ, ਤੁਹਾਨੂੰ ਕਦੇ ਵੀ ਕੋਈ ਮੌਰਗੇਜ ਦੇ ਵਿੱਚ ਜਾਂ ਤੁਸੀਂ ਘਰ ਦੀ ਐਕੁਇਟੀ ਬਣਾਉਣੀ ਆ ਜਾਂ ਤੁਸੀਂ ਕ੍ਰੈਡਿਟ ਲਾਈਨ ਬਣਾਉਣੀ ਹੈਗੀ ਜਾਂ ਤੁਹਾਡੀ ਘਰ ਦੀ ਕਲੋਜ਼ਿੰਗ ਆ ਰਹੀ ਹੈਗੀ ਆ ਜਾਂ ਕਿਸੇ ਵੀ ਮੌਰਗੇਜ ਦੇ ਰਿਲੇਟਡ ਸੰਬੰਧੀ ਕੋਈ ਵੀ ਤੁਸੀਂ ਮੌਰਗੇਜ ਕਾਲ ਕਰ ਲਓ ਤਾਂ 416 732 2611 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਆ। 4167322611 ਦੇ ਉੱਤੇ
ਮੌਰਗੇਜ ਦੇ ਮੈਂ ਭੁੱਲਰ ਸਾਹਿਬ ਤੁਹਾਨੂੰ ਕਿੰਗੇ ਕਹੂੰਗਾ ਜੀ, ਜਿੰਨਾ ਵੀ ਆਪਣੇ ਤੁਹਾਡਾ ਕਮਿਊਨਿਟੀ ਦੇ ਵਿੱਚ ਜਾਂ ਦੂਜੀ ਕਮਿਊਨਿਟੀ ਦੇ ਵਿੱਚ ਤੁਹਾਡੇ ਨਾਲ ਜਦੋਂ ਹੁਣ ਚਲੋ ਵੈਰੀ ਕਲੋਜ਼ ਆਪਣਾ ਆਫਿਸ ਇੱਥੇ ਹੈਗਾ, ਗੇੜਾ ਲੱਗੀਦਾ ਹੈਗਾ, ਬਾਕੀ ਕਮਿਊਨਿਟੀਆਂ ਦੇ ਵੀ ਜਿਹੜੇ ਤੁਹਾਡੇ ਕੋਲ ਇੱਕ ਵਿਸ਼ਵਾਸ ਰੱਖਦੇ ਨੇ, ਕਿਉਂਕਿ ਔਨ ਟਾਈਮ ਦੇ ਉੱਤੇ ਜਿਹੜਾ ਹੁੰਦਾ ਹੈਗਾ ਬਹੁਤ ਮਾਰਕੀਟ ਵਿੱਚ ਨਾਂ ਬਣਾਉਣਾ ਬੜਾ ਟਾਈਮ ਲੱਗਦਾ ਹੈਗਾ, ਰਾਤੋਂ ਰਾਤ ਨਹੀਂ ਹੈਗਾ, ਸੁਪਨੇ ਸੋਚ ਕੇ ਨਹੀਂ ਕੋਈ ਬਣਦਾ ਹੈਗਾ ਵੱਡਾ। ਮਤਲਬ ਇੱਕ ਜਦੋਂ ਆਪਾਂ ਸੁਪਨਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ, ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਮਿਹਨਤ ਕਰਕੇ ਹੀ ਲੋਕਾਂ ਦੇ ਵਿੱਚ ਜਿਹੜਾ ਨਾਂ ਬਣਦਾ ਹੈਗਾ। ਬਾਕੀ ਤੁਸੀਂ ਉਸ ਤੇ ਪੱਕੇ ਉਤਰਦੇ ਹੋ, ਖਰੇ ਉਤਰਦੇ, ਜੋ ਲੋਕਾਂ ਨਾਲ ਜੋ ਤੁਸੀਂ ਆਪਣੇ ਕਲਾਇੰਟ ਨਾਲ ਵਾਅਦਾ ਕਰਦੇ ਹੈਗੇ ਹੋ ਉਹ 100% ਜਿਹੜੀ ਹੈਗੇ ਮੌਰਗੇਜ ਅਪਰੂਵ ਕਰਵਾ ਕੇ ਉਹਨਾਂ ਦੁਨੀਆ ਅਖੀਰ ਦੇ ਵਿੱਚ ਤੁਸੀਂ ਦਰਸ਼ਕਾਂ ਦੇ ਨਾਲ ਕੀ ਸਾਂਝ ਪਾਉਣੀ ਚਾਹੁੰਦੇ ਹੋ ਜੀ? ਹਾਂ ਬਿਲਕੁਲ ਜੀ, ਮੈਂ ਜਿਵੇਂ ਆਲਵੇਜ਼ ਮੈਂ ਕਹਿਣਾ ਹੁੰਦਾ, ਕਦੇ ਵੀ ਆਪਣੇ ਆਪ ਨੂੰ ਪਹਿਲਾਂ ਤੁਸੀਂ ਕੈਲਕੂਲੇਟ ਕਰੋ, ਪਹਿਲਾਂ ਆਪਣੇ ਨੂੰ ਬਹਿ ਕੇ ਆਪਣਾ ਸਾਰਾ ਘਰੇ ਐਨਾਲਿਸਿਸ ਕਰੋ ਕੀ ਕਰਨਾ ਚਾਹੁੰਦੇ ਹਾਂ ਅਸੀਂ, ਉਦੋਂ ਬਾਅਦ ਫਿਰ ਸਾਨੂੰ ਕਾਲ ਕਰੋ। ਇਦੋਂ ਪਹਿਲਾਂ ਰੀਅਲਟਰ ਨੂੰ ਕਾਲ ਕਰੋ, ਪਹਿਲਾਂ ਸਾਨੂੰ ਕਾਲ ਕਰੋ, ਸਾਨੂੰ ਕਾਲ ਕਰਕੇ ਮੇਕ ਸ਼ੋਰ ਉਹਦੇ ਨਾਲ ਕੀ ਹੁੰਦਾ, ਤੁਹਾਡਾ ਵੀ ਟਾਈਮ ਸੇਵ ਹੁੰਦਾ, ਰੀਅਲਟਰ ਦਾ ਵੀ ਟਾਈਮ ਸੇਵ ਹੁੰਦਾ। ਜਦੋਂ ਅਸੀਂ ਨੂੰ ਹਰੀ ਲਾਈਟ ਦੇ ਦਿੰਦੇ, ਅਸੀਂ ਕਹਿੰਦੇ ਗ੍ਰੀਨ ਲਾਈਟ ਹੈ ਭਾਈ, ਚਲੋ ਹੁਣ ਤੁਸੀਂ ਜੋ ਕਰਨਾ ਇੰਨੇ ਕੁ ਘਰ ਅਫੋਰਡ ਕਰਦੇ ਹੋ ਤੁਸੀਂ ਲੈ ਲਓ, ਤਾਂ ਉਹ ਤੋਂ ਬਾਅਦ ਸ਼ੁਰੂ ਕਰੋ। ਮੈਂ ਨਹੀਂ ਕਹਿੰਦਾ ਇਕੱਲਾ ਮੈਂ ਹੀ ਪ੍ਰੋਫੈਸ਼ਨਲ, ਸਾਰੇ ਪ੍ਰੋਫੈਸ਼ਨਲ ਹੈ ਜਿਹੜੇ ਸਾਡੇ ਮੌਰਗੇ ਕਰਦੇ ਆ, ਕਿਸੇ ਨੂੰ ਵੀ ਕਾਲ ਕਰ ਲਓ, ਪਰ ਪਹਿਲਾਂ ਇੱਕ ਮੌਰਗੇ ਨੂੰ ਗੱਲ ਕਰਕੇ ਉਹ ਤੋਂ ਬਾਅਦ ਅੱਗੇ ਕੰਮ ਸ਼ੁਰੂ ਕਰੋ। ਜੀ ਭੁੱਲਰ ਸਾਹਿਬ, ਤੁਸੀਂ ਆਏ ਦਰਸ਼ਕਾਂ ਦੇ ਨਾਲ ਇੰਟਰਸਟ ਰੇਟ ਬਾਰੇ, ਮੌਰਗੇਜ ਬਾਰੇ, ਜਿਹੜੇ ਲੋਕੀ ਪੈਨਿਕ ਸੀਗੇ ਕੁਝ, ਜ਼ਰੂਰ ਉਹਨਾਂ ਨੂੰ ਜਿਹੜਾ ਹੈਗਾ ਇਸ ਤੋਂ ਰਿਲੀਫ ਮਿਲੀ ਹੋਣੀ ਹੈਗੀ ਆ ਵੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ। ਜਿਹੜੇ ਇੰਟਰਸਟ ਰੇਟ ਨੇ ਤੁਸੀਂ ਇਹਦੇ ਨਾਲ ਕਿੱਦਾਂ ਆਪਦਾ ਜਿਹੜਾ ਟੈਕਲ ਕਰ ਸਕਦੇ ਹੈਗੇ ਹੋ, ਤੁਸੀਂ ਐਕੁਇਟੀ ਜਾਂ ਕ੍ਰੈਡਿਟ ਲਾਈਨ ਜਿਹੜੀ ਬਣਾ ਕੇ ਤੁਸੀਂ ਆਪਦਾ ਵਧੀਆ ਜਿਹੜਾ ਜੀਵਨ ਨੂੰ ਖੁਸ਼ ਰਹਿ ਸਕਦੇ ਹੋ। ਕਈ ਵਾਰ ਜੀ ਬੰਦਾ ਬੜਾ ਪੈਨਿਕ ਹੋ ਜਾਂਦਾ ਹੈਗਾ ਜੀ, ਮੌਰਗੇਜ ਇੰਟਰਸਟ ਰੇਟ ਕੁਆਟਰ ਵੱਧ ਗਿਆ ਜੀ, ਕੁਆਟਰ ਫਿਰ ਵਧਣ ਵਾਲਾ ਹੈਗਾ, ਕੀ ਹੋਊਗਾ, ਤੇ ਉਹ ਤੁਹਾਨੂੰ ਸਹੀ ਗਾਈਡ ਕਰਨ ਵਾਸਤੇ ਜੀ ਭੁੱਲਰ ਸਾਹਿਬ ਨਾਲ ਤੁਸੀਂ ਕੰਟੈਕਟ ਕਰ ਲਓ। ਸਾਤੋਂ ਐਨੀ ਟਾਈਮ ਨੰਬਰ ਵੀ ਲੈ ਸਕਦੇ ਹੋ 416 732 2611 ਦੇ ਉੱਤੇ। ਭੁੱਲਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਧੰਨਵਾਦ, ਤੇ ਆਪਾਂ ਲੈਣੇ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।